हाँ जी विद्यार्थियों, सारिਆਂ ਨੂੰ सत श्री अकाल। स्वागत है ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਅੱਜ ਪੜਾਂਗੇ ਪ੍ਰੀਤਮ ਸਿੰਘ ਸਫੀਰ, ਜਸਟਿਸ ਪ੍ਰੀਤਮ ਸਿੰਘ ਸਫੀਰ ਬਾਰੇ। ਪ੍ਰੀਤਮ ਸਿੰਘ ਸਫੀਰ ਦੇ ਬਾਰੇ ਦੇਖੋ ਜੀ, ਆਪਣੀ ਨਾ ਤਾਂ 10ਵੀਂ ਵਾਲੀ ਬੁੱਕ ਦੇ ਵਿੱਚ ਕੋਈ ਪਾਠ ਹੈ, ਨਾ 12ਵੀਂ ਵਾਲੀ 'ਚ ਹੀ ਹੈ। ਸੋ ਪ੍ਰੀਤਮ ਸਿੰਘ ਸਫੀਰ ਬਾਰੇ ਕੁਝ ਤਾਂ ਮੇਰੇ ਨੋਟਸ ਮੈਂ ਜਿਹੜੀਆਂ ਬਣਾਈਆਂ ਉਹ ਗੱਲਾਂ, ਤੇ ਬਾਕੀ BA ਦੇ ਵਿੱਚ ਚੈਪਟਰ ਦੇ ਰੱਖਿਆ ਉਹਨਾਂ ਬਾਰੇ, ਆਪਾਂ ਉਹਦੇ ਵਿੱਚੋਂ ਪੜ੍ਹਾਂਗੇ ਤੇ ਉਹਦੇ ਵਿੱਚੋਂ ਹੀ ਪ੍ਰਸ਼ਨ ਤੁਹਾਨੂੰ ਮਿਲ ਜਾਣਗੇ। ਠੀਕ ਹੈ ਜੀ। ਜੋ ਵੀ ਕੋਈ 1-2 ਪ੍ਰਸ਼ਨ ਆਉਣਗੇ ਪ੍ਰੀਤਮ ਸਿੰਘ ਸਫੀਰ ਦੇ ਨਾਲ ਸੰਬੰਧਿਤ, ਇੱਕੋ ਹੀ ਪ੍ਰਸ਼ਨ ਪੁੱਛਿਆ ਜਾਏਗਾ ਮੇਰੇ ਹਿਸਾਬ ਨਾਲ। 100 ਪ੍ਰਸ਼ਨ ਹੈ ਜਿਹੜਾ, ਤੁਹਾਨੂੰ ਉਸ ਦਾ ਉੱਤਰ ਉੱਥੇ ਪ੍ਰਸ਼ਨ ਮਿਲ ਜਾਏਗਾ। ਵਕੀਲ ਸੀ ਪੇਸ਼ੇ ਦੇ ਵਿੱਚ, ਪੇਸ਼ਾ ਸਭ ਤੋਂ ਪਹਿਲਾਂ ਇਹਨਾਂ ਦਾ ਵਕੀਲ ਸੀ। ਉਸ ਤੋਂ ਬਾਅਦ ਦਿੱਲੀ ਹਾਈ ਕੋਰਟ ਵਿੱਚ ਜੱਜ ਬਣਦਾ। ਤੁਹਾਨੂੰ ਪਤਾ ਹੀ ਹੈ ਵਕੀਲ ਦੇ ਵਿੱਚ ਜਿਵੇਂ ਐਕਸਪੀਰੀਅੰਸ ਹੁੰਦਾ, ਫਿਰ ਉਸ ਨੂੰ ਹਾਈ ਕੋਰਟ ਦੇ ਵਿੱਚ ਜੱਜ ਬਣਾ ਦਿੰਦੇ ਆ। ਪਹਿਲੇ ਦੌਰ ਦੇ ਵਿੱਚ ਉਹ ਪ੍ਰਗਤੀਵਾਦੀ ਪ੍ਰਭਾਵ ਦੇ ਅਧੀਨ ਸਮਾਜਿਕ, ਆਰਥਿਕ, ਰਾਜਨੀਤਿਕ ਵਿਸ਼ਿਆਂ 'ਤੇ ਮਹੀਨ ਤਰਕਸ਼ੀਲ ਸੂਝ ਅਤੇ ਮਾਨਵਵਾਦੀ ਜਜ਼ਬੇ ਅਧੀਨ ਰਚਨਾਵਾਂ ਕਰਦਾ। ਜਿਵੇਂ ਕੱਤਕ ਕੁੰਜਾਂ, ਪਾਪ ਦੇ ਸੋਹਲੇ, ਰਕਤ ਬੂੰਦਾਂ, ਇਹ ਕਾਵਿ ਸੰਗ੍ਰਹਿ ਹੈ ਜਿਹੜੇ ਇਸ ਦੇ ਪ੍ਰਗਤੀਵਾਦੀ ਕਾਵਿਧਾਰਾ ਦੇ ਅਧੀਨ ਹੈ। ਆਪਾਂ 3 ਵਿਸ਼ੇ ਪ੍ਰੀਤਮ ਸਿੰਘ ਸਫੀਰ ਦੇ ਪੜ੍ਹੇ ਸੀਗੇ। 12ਵੀਂ ਵਾਲੀ ਜਮਾਤ ਦੇ ਵਿੱਚ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਦੇ ਰੱਖਿਆ ਥੋੜ੍ਹਾ ਜਿਹਾ ਪ੍ਰੀਤਮ ਸਿੰਘ ਸਫੀਰ ਬਾਰੇ। ਉਹਦੇ ਵਿੱਚ ਆਪਾਂ ਪੜ੍ਹਿਆ ਸੀ ਵੀ 3 ਵਿਸ਼ਿਆਂ 'ਤੇ ਲਿਖੀ ਹੈ, ਇੱਕ ਪ੍ਰੇਮ, ਕ੍ਰਾਂਤੀ ਅਤੇ ਰਹੱਸ, 3 ਚੀਜ਼ਾਂ। ਸੋ ਇੱਥੇ ਕੀ ਹੈ ਦੇਖੋ ਜੀ, ਪ੍ਰਗਤੀਵਾਦੀ ਪ੍ਰਭਾਵ ਦੇ ਅਧੀਨ ਲਿਖਦਾ ਤਾਂ ਉਹ ਮਤਲਬ ਕੀ ਹੈ, ਕ੍ਰਾਂਤੀਵਾਦੀ ਸੋਹਰਾ ਉਹਦੀ। ਤਰਕਸ਼ੀਲ ਸੂਝ, ਮਹੀਨ ਤਰਕਸ਼ੀਲ ਸੂਲ, ਮਹੀਨ ਮਤਲਬ ਬਰੀਕ, ਮਹੀਨ ਤਰਕਵਾਦੀ ਸੂਝ 'ਤੇ ਆਧਾਰਿਤ ਲਿਖਦਾ ਹੈ ਤਾਂ ਰਹੱਸਵਾਦੀ ਕਵਿਤਾ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸੋ ਪ੍ਰੇਮ, ਕ੍ਰਾਂਤੀ ਅਤੇ ਰਹੱਸ ਦੀਆਂ ਕਵਿਤਾਵਾਂ ਲਿਖਦਾ ਉਹ। ਦੂਜੇ ਦੌਰ ਦੇ ਵਿੱਚ ਉਹ ਅਧਿਆਤਮਕਵਾਦੀ ਰੋਮਾਂਸਵਾਦੀ ਹੋ ਜਾਂਦਾ ਹੈ, ਅਧਿਆਤਮਵਾਦੀ ਰੋਮਾਂਸਵਾਦੀ ਹੋ ਜਾਂਦਾ, ਜਿਵੇਂ ਆਦਿ ਜੁਗਾਤ ਅਤੇ ਸਰਬ ਕਲਾ। ਫਿਰ ਕੀ ਹੈ ਵੀ ਬੌਧਿਕਤਾ ਭਾਰੂ ਹੋ ਜਾਣ ਕਾਰਨ ਕਾਵਿਕ ਸੰਚਾਰ ਸੰਬੰਧੀ ਨਵੇਂ ਮਸਲੇ ਉਤਪੰਨ ਹੁੰਦੇ ਹਨ, ਕਿਉਂਕਿ ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਦੇ ਵਿੱਚ ਪ੍ਰੇਮ, ਕ੍ਰਾਂਤੀ ਅਤੇ ਰਹੱਸ ਦਾ ਸੰਬੰਧ ਹੁੰਦਾ ਬੌਧਿਕਤਾ ਦੇ ਨਾਲ। ਇੱਕ ਹੁੰਦੀ ਹੈ ਚੀਜ਼ ਭਾਵਪੂਰਨ ਲਿਖੀ ਜਾਣੀ, ਇੱਕ ਹੁੰਦੀ ਹੈ ਚੀਜ਼ ਬੌਧਿਕਤਾ ਲਿਖੀ ਜਾਣੀ। ਕਿਉਂਕਿ ਪ੍ਰੀਤਮ ਸਿੰਘ ਸਫੀਰ ਦੀ ਜਿਹੜੀ ਕਵਿਤਾ ਉਹ ਐਵੇਂ ਦੀ ਤੁਸੀਂ ਸਮਝੋ ਵੀ ਜਿਵੇਂ, ਕਿਉਂਕਿ ਕਵਿਤਾ ਹੈ ਜਿਹੜੀ ਉਹ ਹਮੇਸ਼ਾ ਭਾਵਪੂਰਨ ਹੁੰਦੀ ਹੈ, ਅਤੇ ਜਿਹੜੇ ਵਾਰਤਕ ਹੁੰਦਾ ਜਿਹੜਾ ਉਹ ਮਤਲਬ ਕੀ ਹੈ ਵੀ ਬੌਧਿਕ ਪੂਰਨ ਹੁੰਦਾ ਵੀ। ਕਵਿਤਾ ਦਾ ਸੰਬੰਧ ਹੈਗਾ ਸਾਡੇ ਮਤਲਬ ਕੀ ਹੈ ਦਿਲ ਨਾਲ, ਅਤੇ ਵਾਰਤਕ ਦਾ ਸੰਬੰਧ ਦਿਮਾਗ ਨਾਲ ਹੈ। ਦਿਲ ਹੈ ਜਿਹੜਾ ਉਹ ਦਿਲ ਦੇ ਅੰਦਰ ਜੋ ਸੋਚਦੇ ਉਹ ਭਾਵਨਾ ਹੁੰਦੀ ਹੈ, ਜੋ ਦਿਮਾਗ ਨਾਲ ਸੋਚਦੇ ਆਪਾਂ ਉਸ ਨੂੰ ਤਰਕ ਕਿਹਾ ਜਾਂਦਾ। ਸੋ ਇਹਦੀ ਕਵਿਤਾ ਦੇ ਵਿੱਚ ਕੀ ਹੈ, ਤਰਕਵਾਦੀ ਦ੍ਰਿਸ਼ਟੀ ਜ਼ਿਆਦਾ ਭਾਰੀ ਹੋਣ ਕਰਕੇ, ਬੌਧਿਕਤਾ ਜ਼ਿਆਦਾ ਭਾਰੀ ਹੋਣ ਕਰਕੇ ਕਾਵਿਕ ਸੰਚਾਰ ਜਿਹੜਾ ਉਹ ਬਹੁਤ ਅਧੂਰਾ ਰਹਿ ਜਾਂਦਾ। ਕਿਵੇਂ? ਕਿਉਂਕਿ ਤੁਸੀਂ ਪਹਿਲਾਂ ਆਪਾਂ ਕਵਿਤਾ ਪੜ੍ਹੀਆਂ ਅੰਮ੍ਰਿਤਾ ਪ੍ਰੀਤਮ ਦੀਆਂ, ਪ੍ਰੋਫੈਸਰ ਮੋਹਨ ਸਿੰਘ ਦੀਆਂ, ਤੁਹਾਨੂੰ ਕਵਿਤਾ ਦੇ ਸਰਲ ਅਰਥ ਹੈ ਜਿਹੜੇ ਉਹ ਜਲਦੀ ਸਮਝ ਦੇ ਵਿੱਚ ਆਉਂਦੇ ਆ, ਪਰ ਪ੍ਰੀਤਮ ਸਿੰਘ ਸਫੀਰ ਦੀ ਗੱਲ ਸਮਝਣੀ ਹੈ ਜਿਹੜੀ ਉਹ ਥੋੜ੍ਹੀ ਜਿਹੀ ਔਖੀ ਹੈ। ਇਸੇ ਕਰਕੇ ਇਸ ਦੀ ਕਵਿਤਾ ਦਾ ਤੀਜਾ ਵਿਸ਼ਾ ਜਿਹੜਾ ਰਹੱਸ, ਉਹਦਾ ਕਾਰਨ ਕੀ ਹੈ, ਕਿਉਂਕਿ ਬੌਧਿਕਤਾ ਜ਼ਿਆਦਾ ਬੁੱਧੀ ਦਾ ਇਸਤੇਮਾਲ ਕਰਨਾ ਪੈਂਦਾ ਹੈ ਪ੍ਰੀਤਮ ਸਿੰਘ ਸਫੀਰ ਦੀ ਗੱਲ ਨੂੰ ਸਮਝਣ ਵਾਸਤੇ। ਇੱਕੋ ਸਮੇਂ ਰੋਮਾਂਟਿਕ ਹੈ, ਇੱਕੋ ਸਮੇਂ ਪ੍ਰਗਤੀਵਾਦੀ ਹੈ, ਇੱਕੋ ਸਮੇਂ ਰਹੱਸਵਾਦੀ ਕਵੀ ਹੈ। ਪ੍ਰੇਮ ਕ੍ਰਾਂਤੀ ਰਹੱਸ, ਪ੍ਰੇਮ ਕ੍ਰਾਂਤੀ ਰਹੱਸ। ਪ੍ਰਗਤੀਵਾਦੀ ਮਤਲਬ ਕ੍ਰਾਂਤੀਕਾਰੀ ਕਵਿਤਾ ਹੀ ਸੀ ਇੱਕ ਤਰ੍ਹਾਂ ਦੀ ਪ੍ਰਗਤੀਵਾਦੀ। 1983 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਨਕ ਵਿਸਤਾਰ ਜਿਹੜੀ ਇਹ ਦੀ ਕਾਵਿ ਸੰਗ੍ਰਹਿ ਹੈ। ਕੱਤਕ ਕੁੰਜਾਂ 1941, ਪਾਪ ਦੇ ਸੋਹਲੇ 1943, ਰਕਤ ਬੂੰਦਾਂ 1946, ਰਾਗ ਰਿਸਮਾ, ਆਦਿ ਜੁਗਾਦ, ਸਰਬ ਕਲਾ, ਗੁਰੂ ਗੋਬਿੰਦ, ਅਨਕ ਵਿਸਤਾਰ। ਅਨਕ ਵਿਸਤਾਰ 1980 ਦੇ ਵਿੱਚ ਇਸ ਦਾ ਕਾਵਿ ਸੰਗ੍ਰਹਿ ਜਿਹੜਾ ਉਹ ਪ੍ਰਕਾਸ਼ਿਤ ਹੋਇਆ ਸੀ 1980। ਅਨਕ ਵਿਸਤਾਰ 1980 ਅਤੇ ਇਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ 3 ਸਾਲ ਬਾਅਦ 1983। ਦੋਨੇ ਸਨ ਤੁਸੀਂ ਚੇਤੇ ਰੱਖਣੇ। ਅਗਮ ਅਗੋਚਰ, ਸੰਜੋਗ ਵਿਜੋਗ, ਸਰਬ ਨਿਰੰਤਰ। ਯੁੱਗ ਦੇ ਵਿੱਚ ਪਸਰੀ ਦੁਬਿਧਾ ਅਤੇ ਵਿਚਾਰਧਾਰਕ ਸੰਕ੍ਰਾਂਤੀ ਨੂੰ ਰੂਪਮਾਨ ਕੀਤਾ। ਇੱਕ ਪਾਸੇ ਅਧਿਆਤਮਕ ਹੈ, ਦੂਜੇ ਪਾਸੇ ਪਦਾਰਥਕ ਜਿਹੜੀਆਂ ਹੈਗੀਆਂ, ਪਦਾਰਥਕ ਦੁਨੀਆ ਦੇ ਭੌਤਿਕ ਸੁੱਖਾਂ ਨੂੰ ਵੀ ਇਹ ਮਾਣਨਾ ਚਾਹੁੰਦਾ ਹੈ। ਇੱਕ ਇਹਦੀ ਕਵਿਤਾ ਆਪਾਂ ਪੜ੍ਹਾਂਗੇ, ਮੈਂ ਕਿਸ ਪਾਸੇ ਵੱਲ ਜਾਵਾਂ। ਉਦੋਂ ਇਸ ਕਵੀ ਦੀ ਮਾਨਸਿਕ ਦੁਬਿਧਾ ਤੁਹਾਡੇ ਸਾਹਮਣੇ ਆਵੇਗੀ, ਕਿਉਂਕਿ ਜਿਹੜਾ ਬੰਦਾ ਤਾਂ ਅਧਿਆਤਮਕਵਾਦੀ ਹੋ ਗਿਆ, ਰੱਬ ਦੇ ਨਾਲ ਜੁੜ ਗਿਆ, ਉਸ ਨੂੰ ਸੰਸਾਰਿਕ ਦੀਨ ਦੁਨੀਆ ਦੇ ਪਦਾਰਥ ਭੌਤਿਕ ਸੁੱਖ ਹੈ ਜਿਹੜੇ ਉਹ ਚੰਗੇ ਨਹੀਂ ਲੱਗਦੇ। ਤੁਸੀਂ ਇਸ ਤਰ੍ਹਾਂ ਸਮਝੋ ਵੀ ਅਧਿਆਤਮਵਾਦ ਅਤੇ ਭੌਤਿਕ ਸੁੱਖ ਦੋਨੋਂ ਇੱਕ ਦੂਜੇ ਦੇ ਵਿਰੋਧੀ ਆ, ਐਂਟੀ ਆ ਦੋਨੋਂ ਇੱਕ ਦੂਜੇ ਦੇ।
इस करके की है एंटी होने के कारण इत्थे की है भी दोनों धरातलों के विच एक त्रिशंकु वांग लटक रहा है। उहदे मन दे विच मानसिक दुबधा है। प्रीतम सिंह सफीर चाहुंदा है कि मैं रब दे नाल भी जुड़ा ते जिहड़े पदार्थ ने दुनिया के भौतिक पदार्थ ने उन्हां दा रस आनंद भी माणा, दोनों रस नूं माणना चाहुंदा है। वो उसकी दुबधा है, दुबधा का शिकार है। अगरगामी ते क्रांतिकारी, अगरगामी मतलब अगांह वधू विचार, अगे वधन वाली विचारधारा। क्रांतिकारी विचार पूंजीवादी अर्थव्यवस्था नूं तोड़ लई इनकलाब की प्रेरणा। बौद्धिक रहस्यवादी कवि है, वार वार गल आ रही है रहस्यवाद तो है, पर यदा रहस्यवाद कवि का किवें दा, भाई वीर सिंह जी का भी रहस्यवाद है जो गुरमत तो प्रेरित है। प्रोफैसर पूਰਨ सिंह का रहस्यवाद है, गुरमत के उपर ही आधारित है। तो उवें ही जस्टिस प्रीतम सिंह सफीर का भी रहस्यवाद है, पर वह किहड़ा है, बौद्धिक रहस्यवाद है। तरलता उसकी बृतांत कला का प्रमुख अंग। समाद ते आत्म संवाद कारण काव्य विच नाटकी अंश पैदा होंदे हन। लो जी, ये सी जस्टिस प्रीतम सिंह सफीर वाले कुछ गल्लां। हुण आपां गल करदे हां जी साडी जिहड़ी BA वाली बुक है, सीधी कढ़ लईए इसनूं, नवें दसादे जी का नाम है अपनी बुक है जिहड़ी। हाँ, इहदे विच जस्टिस प्रीतम सिंह सफीर बारे की कुछ दे रखिया, उहदे बारे विचार चर्चा करते हैं आपां। हाँ जी, प्रीतम सिंह सफीर हाँ 133 नंबर पेज ते है प्रीतम सिंह सफीर। पहला इसकी जीवन ते काव्य कला बारे थोड़ियां गल्लां, फिर उस तो बाद आपां अगे जिहड़ियां कवितावां इहदियां दित्तियां होईयां, जिवें वो दुबधा का शिकार हुंदा है, वो जिहड़ी कविता भी आपां पढ़ांगे, मैं किस पासे वल जावां। सो इत्थे हाँ जी, हाँ अमृता प्रीतम ते प्रीतम सिंह सफीर 1916 दे रखिया। 1916 दे विच जन्म होया प्रीतम सिंह सफीर, जस्टिस प्रीतम सिंह सफीर नाम है इसका। जन्म पिंड मलपुर जिला रावलपिंडी जन्म स्थान दे रखिया। उस तो बाद जन्म कदों होया, उसके पिता का नाम भी दिता होया डॉक्टर महताब सिंह, सरदार महताब सिंह। सफीर ने 10वीं स्कूल जिहड़ा हाई स्कूल तरन ताਰਨ ਦੇ ਵਿੱਚੋਂ ਜਿਹੜੀ हासिल की है 10वीं की सिक्ख्या, तो लाहौर तो वकालत पास की, तो लाहौर के विच ही हाई कोर्ट का जज बन गया सी। फिर वह दिल्ली हाई कोर्ट के विच भी जज रहा। गुरमत काव्य जिहड़े काव्य संग्रह है, कत्तक कुंजां का जिहड़ा सन लिखिया 1941 लिखिया, ये ऑथेंटिक मनना है। अगर मैं उधर गलत लिखिया नोट्सां दे विच तां इत्थों सही करना है तुसीं। कत्तक कुंजां इहदा हैगा जी 1941। अनक विस्तार का इन्होंने दे नहीं रखिया सन, तो अनक विस्तार का जो मैं दिता होया 1980 तो 1983 दे विच भारती साहित्य अकादमी पुरस्कार मिले। अनक विस्तार नूं इन्होंने सीधा ही लिखता। बाकी लिखे हुए कत्ता कुंजा पाप दे सोहले राग रिस्मा इहदे दे विचों कोई भी। मैं तुहानूं कहा भी मैनूं ना कई बारी स्टूडेंट मैसेज करन लग जाते, सर उत्थे तुसीं ऐ दस्सिया इत्थे ऐ हो गया। मैं तुहानूं वारी वारी कहना हुन्ना भी मैसेज करन दी तुहानूं मतलब ही नहीं गा कोई। जदों मैं फाइनल गल कही जाना सर मैं तुहानूं कोई उत्थे कोई WhatsApp ते कोई आर्डर नहीं मैसेज दूंगा, तुहानूं मैसेज मेरा वही रहूगा तुहानूं फिर कि तुसीं BA दे विच जां 11वीं 12वीं ते जो भी सन मनदे हो, चाहे वो गलत है सही है, उसनूं फाइनल मनना पैना तुहानूं। आ फाइनल है, ਇਹਦੇ तो तुसीं रिट ला सकते हो, ਇਹਦੇ आधार पर भी आ चक्को जी तुसीं आ बुक लवा रखी है, आ लगी हुई है MGSU महाराजा गंगा सिंह यूनीवर्सिटी च लगी हुई है, ठीक है ना। हाँ जी, अनक विस्तार नूं भारती साहित्य अकादमी बहुत सारे कहते जी ये काव्य रंग आ। हाँ, रहस्यवादी कवि है, यथार्थवादी है, रोमांचवादी है, आदर्शवादी भी है। मानवी प्रेम ते गुरु भगती उसकी कविता के प्रधान विषय हैं। ਉਹਦੀ कविता के प्रधान विषय ਕਿਹੜੇ दसे इन्होंने, वो है मानवी प्रेम ते गुरु भगती। क्योंकि ਜਿਹੜੇ साडे गुरु सिख है, गुरु सिख व्यक्तियों प्रति उसकी अथाह श्रद्धा है, लिखा होया है। उन्होंने निकट वास्ते अनुभव अपने काव्य विच बीड़न का यतन करता है। सब विच जोत स्वरूप नूं मौजूद समझण वाला एक कवि कई बार लगता है कि शरीरां तो पार जाके निरोल रूहानी मंडलों के विचर रहा है। सारिਆਂ ਨੂੰ जोत स्वरूप समझण वाला तो ये की है कवि एक इस तरह जो होंदा है, कई बारी लगता है भी ये शरीरां तो पार जाके रूहानी मंडलों के विचर रहा है, तो उस स्थिति के बौद्धिक रहस्यवाद इसकी कविता के पैदा होंदा है।
ਮਾਨਵੀ ਸਮਾਜ, ਸੰਸਾਰ ਦਾ ਇਤਿਹਾਸ, ਵਿਸ਼ਵ ਦਰਸ਼ਨ, ਧਰਮ ਆਦਿ ਉਸ ਦੇ ਹੋਰ ਪ੍ਰਤੀਨਿਧ ਵਿਸ਼ੇ ਹਨ। ਬਹੁਤ ਹੀ ਵਿਅਕਤੀਗਤਤਾ ਹੋ ਕੇ ਲਿਖਦਾ ਤਾਂ ਉੱਥੇ ਇਹ ਸਪਸ਼ਟ ਹੋ ਜਾਂਦਾ ਹੈ, ਅਰਥਾਤ ਉਸ ਵਿੱਚ ਅੰਤਰਮੁਖੀ ਹੋਣ ਦੀ ਰੁਚੀ ਵਧੇਰੇ ਹੈ। ਇੱਕ ਹੁੰਦਾ ਬਾਹਰਮੁਖੀ, ਇੱਕ ਹੁੰਦਾ ਅੰਤਰਮੁਖੀ। ਜਦੋਂ ਕੋਈ ਇੰਟਰੋਵਰਟ ਹੋ ਗਿਆ, ਅੰਤਰਮੁਖੀ ਹੋ ਗਿਆ, ਉਸ ਸਥਿਤੀ ਦੇ ਵਿੱਚ ਉਸ ਦੀ ਕਵਿਤਾ ਦੇ ਜਿਹੜੇ ਕੀ ਹੈ ਉਹ ਸੰਚਾਰ ਖੱਪਾ ਜਿਹੜਾ ਰਹਿ ਜਾਂਦਾ, ਸੰਚਾਰ ਅਰਥ ਸੰਚਾਰ ਸਹੀ ਮਾਇਨਿਆਂ ਦੇ ਵਿੱਚ ਨਹੀਂ ਹੁੰਦਾ। ਠੀਕ ਹੈ ਜੀ। ਸਫੀਰ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵਿਲੱਖਣ ਪਛਾਣ ਦਾ ਧਾਰਨੀ ਹੈ। ਠੀਕ ਹੈ, ਨੋਰਮਲ ਗੱਲਾਂ ਦੇ ਰੱਖੀਆਂ, ਬਾਕੀ ਮੇਨ ਗੱਲਾਂ ਆਪਾਂ ਜਿਹੜੀਆਂ ਉਹ ਕਰ ਚੁੱਕੇ ਹਾਂ। ਲਓ ਬੇਟਾ ਜੀ, ਗੱਲ ਕਰਦੇ ਹਾਂ ਆਪਾਂ ਪ੍ਰੀਤਮ ਸਿੰਘ ਸਫੀਰ ਦੀ ਜਿਹੜੀ ਕਵਿਤਾ ਦੇ ਰੱਖੀ ਹੈ। ਹਾਂਜੀ, ਲਓ ਬੇਟਾ ਜੀ, ਪ੍ਰੀਤਮ ਸਿੰਘ ਸਫੀਰ ਆ ਗਿਆ ਬੇਟਾ ਜੀ। ਜਨਮ ਜਲੀ ਇੱਕ ਸ਼ਹਿਰ, ਤੇ ਉਸ ਤੋਂ ਬਾਅਦ ਹਰਭਜਨ ਸਿੰਘ ਤੋਂ ਬਾਅਦ ਹੈ ਮੈਨੂੰ ਲੱਗਦਾ ਪ੍ਰੀਤਮ ਸਿੰਘ ਸਫੀਰ। ਹਾਂਜੀ, ਪ੍ਰੀਤਮ ਸਿੰਘ ਸਫੀਰ। ਸਭ ਤੋਂ ਪਹਿਲੀ ਕਵਿਤਾ ਹੈ ਜਿਹੜੀ ਉਹ ਹੈਗੀ ਆ ਪਾਂਧੀ ਦੂਰ ਦਿਆ। ਪ੍ਰੀਤਮ ਸਿੰਘ ਸਫੀਰ ਦੀ ਸਭ ਤੋਂ ਪਹਿਲੀ ਕਵਿਤਾ ਦੇ ਰੱਖੀ ਹੈ ਬੇਟਾ ਜੀ, ਜਿਹਦਾ ਨਾਮ ਹੈ ਪਾਂਧੀ ਦੂਰ ਦਿਆ। ਸੋ ਇਹ ਹੈ ਜਿਹੜੀ ਇਹ ਇੱਕ ਉਪਦੇਸ਼ਾਤਮਕ ਸੁਰ ਵਾਲੀ ਕਵਿਤਾ ਹੈ। ਸਭ ਤੋਂ ਪਹਿਲੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਇਸ ਕਵਿਤਾ ਦੀ ਜਿਹੜੀ ਸੁਰ ਹੈ ਉਹ ਹੈਗੀ ਆ ਉਪਦੇਸ਼ਾਤਮਕ। ਕਿਸੇ ਨੂੰ ਉਪਦੇਸ਼ ਦੇਣਾ, ਕਿਸੇ ਨੂੰ ਕੁਛ ਇਸ ਤਰ੍ਹਾਂ ਕਰਨਾ ਹੀ ਕਹਿਣਾ ਹੈ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਕਰਕੇ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ, ਇਹ ਸ਼ਬਦਾਵਲੀ ਹੈ ਜਿਹੜੀ ਇਹ ਉਪਦੇਸ਼ ਦੇ ਵਿੱਚ ਆਉਂਦੀ ਹੈ। ਸੋ ਇਹ ਇੱਕ ਉਪਦੇਸ਼ਾਤਮਕ ਵਿਸ਼ਾ ਹੈ ਜਿਹਦੇ ਵਿੱਚ ਪਾਂਧੀ ਰਾਹ ਰਸਤੇ 'ਤੇ ਜਾਣ ਵਾਲੇ ਨੂੰ, ਪਾਂਧੀ ਨੂੰ, ਇੱਕ ਰਾਹਗੀਰ ਨੂੰ ਇੱਕ ਉਪਦੇਸ਼ ਦਿੱਤਾ ਗਿਆ ਹੈ। ਜੇ ਹੁਣ ਇੱਥੇ ਵਿੱਚ ਕੀ ਆ ਵੀ ਪਾਂਧੀ ਕਿਉਂ ਵਰਤਿਆ ਗਿਆ? ਪਾਂਧੀ ਸ਼ਬਦ ਜਿਹੜਾ ਆਧੁਨਿਕ ਜਿਹੜਾ ਮਨੁੱਖ ਹੈ, ਅੱਜ ਦਾ ਜਿਹੜਾ ਮਨੁੱਖ ਹੈ, ਅਜੋਕਾ ਮਨੁੱਖ ਹੈ ਜਿਹੜਾ, ਉਸ ਦੀ ਭਟਕਣਾ ਤੇ ਬੇਚੈਨੀ ਦੇ ਬਾਰੇ ਦੱਸਿਆ ਵੀ ਪਾਂਧੀ ਦੂਰ ਦਿਆ। ਪਾਂਧੀ ਜਿਵੇਂ ਕੀ ਹੈ ਵੀ ਰਾਏ ਜਾਂਦਾ, ਭਟਕਦਾ ਰਹਿੰਦਾ ਜਿੰਨਾ ਚਿਰ ਉਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਦਾ। ਸੋ ਇਹਦੇ ਵਿੱਚ ਆਧੁਨਿਕ ਮਨੁੱਖ ਦੀ ਭਟਕਣਾ ਤੇ ਉਸ ਦੀ ਬੇਚੈਨੀ ਨੂੰ, ਜਿਵੇਂ ਇੱਕ ਪਾਂਧੀ ਰਸਤੇ 'ਤੇ ਜਾਣ ਵਾਲੇ ਨੂੰ ਭਟਕਣਾ ਤੇ ਬੇਚੈਨੀ ਹੁੰਦੀ ਹੈ ਕਿ ਮੈਂ ਕਦੋਂ ਪਹੁੰਚੂੰਗਾ, ਉਹ ਹੈ ਜਿਹੜੀ ਬੇਚੈਨੀ। ਉਸ ਦਾ ਇਲਾਜ ਵੀ ਦੱਸਿਆ ਅੱਗੇ ਵੀ ਤੂੰ ਆਪਣੇ ਦ੍ਰਿੜ ਰਹਿ ਤੇ ਆਪਣੇ ਆਪ 'ਤੇ ਵਿਸ਼ਵਾਸ ਰੱਖ। ਦ੍ਰਿੜਤਾ ਅਤੇ ਵਿਸ਼ਵਾਸ, ਕੌਨਫੀਡੈਂਸ ਦੀ ਗੱਲ ਕੀਤੀ ਹੈ ਕਵੀ ਨੇ ਇੱਥੇ। ਸਹਾਰਾ ਕਿਹੜੀ ਚੀਜ਼ ਦਾ ਲਿਆ? ਪਾਂਧੀ ਦਾ। ਪਾਂਧੀ ਕਿਹਨੂੰ ਦੱਸਿਆ? ਆਧੁਨਿਕ ਮਨੁੱਖ ਨੂੰ, ਜੋ ਕੀ ਕਰ ਰਿਹਾ, ਆਪਣੀ ਜ਼ਿੰਦਗੀ ਦੀ ਭਟਕਣ ਅਤੇ ਬੇਚੈਨੀ ਦੇ ਕਾਰਨ ਕੀ ਹੈ, ਉਸ ਤੋਂ ਕੋਈ ਮਤਲਬ ਉਹ ਦ੍ਰਿੜ ਨਹੀਂ ਗਾ, ਉਹ ਅਵਿਸ਼ਵਾਸੀ ਹੈ। ਸੋ ਉਸ ਨੂੰ ਕੀ ਹੈ, ਦ੍ਰਿੜਤਾ ਤੇ ਵਿਸ਼ਵਾਸ ਦਿਵਾਉਣ ਦਾ ਯਤਨ ਕੀਤਾ ਕਵੀ ਨੇ। ਪਾਂਧੀ ਦੂਰ ਦਿਆ, ਟਾਹਣੀ ਵਾਂਗੂ ਨਾ ਝੁਕ, ਤੂੰ ਟਾਹਣੀ ਵਾਂਗ ਨਾ ਝੁਕ। ਉਪਦੇਸ਼ ਹੈ ਨਾ ਦਿੱਤਾ ਵੀ ਟਾਹਣੀ ਵਾਂਗ ਨਾ ਝੁਕ, ਵੀ ਝੁਕ ਨਾ। ਪੱਥਰ ਵਾਂਗੂ ਨਾ ਰੁਕ, ਜਿਵੇਂ ਪੱਥਰ ਰੁਕ ਜਾਂਦਾ ਉਵੇਂ ਨਾ ਰੁਕ। ਪੱਤੇ ਦੇ ਵਾਂਗ ਨਾ ਝੁੱਲ ਤੇ ਲਹਿਰ ਵਾਂਗ ਨਾ ਡੁੱਲ। ਕੋਈ ਨਵਾਂ ਜਨਮ ਲੈ ਕੇ ਕੀ ਘੋਲ ਸਕੇਗਾ ਘੁਲ, ਨਾ ਨੇਰ ਮਚਾ ਇਹਨਾਂ ਸਰ ਚਸ਼ਮਿਆਂ ਨੂਰ ਦਿਆ। ਨੂਰ ਮਤਲਬ ਚਾਨਣ, ਰੋਸ਼ਨੀ। ਸਰ ਚਸ਼ਮਾ ਹੁੰਦਾ ਦਿੱਤਾ ਹੋਇਆ ਝਰਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੋਮਾ, ਜਿੱਥੋਂ ਪਾਣੀ ਵਗਦਾ। ਪਾਂਧੀ ਦੂਰ ਦਿਆ, ਲੱਖ ਸੂਰਜ ਚੰਨ ਤਾਰੇ, ਲੱਭਦੇ ਲੱਭਦੇ ਹਾਰੇ, ਨਾ ਮਿਲੀ ਸੁਤੰਤਰਤਾ, ਕੈਦੀ ਹੀ ਰਹੇ ਸਾਰੇ। ਭਰਮਾਂ ਦਾ ਭਾਰ ਨਾ ਚੁੱਕ, ਫਿਕਰਾਂ ਦੇ ਨਾਲ ਨਾ ਸੁੱਕ, ਦਿਲ ਵਿੱਚ ਕੋਈ ਪ੍ਰੀਤ ਜਗਾ, ਬੰਦਿਆ ਦਸਤੂਰ ਦਿਆ। ਦਸਤੂਰ ਹੁੰਦੇ ਆ ਅਸੂਲ, ਨਿਯਮ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਸ ਨੂੰ ਕਿਹਾ ਜਾਂਦਾ ਦਸਤੂਰ। ਪਾਂਧੀ ਦੂਰ ਦਿਆ, ਦੁਨੀਆ ਦੇ ਅੰਤਰਵਾਚ, ਕੋਈ ਨਦੀ ਚੱਲੇ ਇਕਸਾਰ, ਜੀਵਨ ਦੀ ਹੱਦ ਵਿੱਚੋਂ ਵਹਿ ਜੋ ਪਹੁੰਚੇ ਪਾਰ। ਹੋਣੀ ਨੂੰ ਇਉਂ ਨਾ ਘੂਰ, ਰੱਬ ਵਾਂਗ ਮੌਤ ਮਸ਼ਹੂਰ, ਹੱਸ ਕੇ ਜੁਗਾਂ ਨੂੰ ਲੰਘ ਵਣਜਾਰਿਆ ਦੂਰ ਦਿਆ। ਇੱਕ ਇਹਨੂੰ ਕਿਹਾ ਵੀ ਸਰ ਚਸ਼ਮਿਆਂ ਨੂਰ ਦਿਆ, ਇੱਕ ਜਗ੍ਹਾ 'ਤੇ ਲਿਖਿਆ ਬੰਦਿਆ ਦਸਤੂਰ ਦਿਆ, ਇੱਕ ਜਗ੍ਹਾ 'ਤੇ ਲਿਖਿਆ ਹੋਇਆ ਕੀ ਲਿਖਿਆ, ਵਣਜਾਰਿਆ ਤੂਰ ਦਿਆ। ਸੋ ਇਹ ਕਵਿਤਾ ਜਿਹੜੀ ਪਾਂਧੀ ਦੂਰ ਦਿਆ, ਆਧੁਨਿਕ ਮਨੁੱਖ ਦੀ ਭਟਕਣਾ ਨੂੰ ਦੱਸਿਆ, ਉਸ ਦੀ ਬੇਚੈਨੀ ਦਾ ਇਲਾਜ ਦੱਸਿਆ। ਆਧੁਨਿਕ ਮਨੁੱਖ ਦੀ ਭਟਕਣਾ ਤੇ ਬੇਚੈਨੀ ਦਾ ਇਲਾਜ ਕੀ ਦੱਸਿਆ ਵੀ ਦ੍ਰਿੜਤਾ ਤੇ ਵਿਸ਼ਵਾਸ। ਪੱਥਰ ਵਾਂਗੂ ਨਾ ਰੁਕ, ਵਿਸ਼ਵਾਸ, ਦ੍ਰਿੜਤਾ ਦੀ ਗੱਲ ਕੀਤੀ ਹੈ। ਟਾਹਣੀ ਵਾਂਗੂ ਨਾ ਝੁਕ, ਦ੍ਰਿੜ ਰਹਿ ਆਪਣੀ ਜਗ੍ਹਾ 'ਤੇ। ਕਿਸ ਪਾਸੇ ਵੱਲ, ਅੱਗੇ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ, ਕੜਛੀ ਲੱਗੀ ਹੋਈ ਹੈ ਦੇਖੋ। ਹਾਂਜੀ, ਕਿਸ ਪਾਸੇ ਵੱਲ, ਇਹ ਜਿਹੜੀ ਕਵਿਤਾ ਹੈ ਕਿਸ ਪਾਸੇ ਵੱਲ, ਇਹ ਪ੍ਰੀਤਮ ਸਿੰਘ ਸਫੀਰ ਦੀ ਜਿਹੜੀ ਕਾਵ ਕਲਾ ਹੈ ਉਸ ਨੂੰ ਪ੍ਰਦਰਸ਼ਿਤ ਕਰਦੀ ਹੈ। ਕਿਸ ਪਾਸੇ ਵੱਲ ਮਤਲਬ ਕੀ ਹੈ ਵੀ ਕਵੀ ਇੱਕ ਤਾਂ ਅਧਿਆਤਮਕਵਾਦ ਦੇ ਨਾਲ ਜੁੜਿਆ ਹੋਇਆ, ਸਿੱਖ ਰਹੱਸਵਾਦ ਦੇ ਨਾਲ ਜੁੜਿਆ ਹੋਇਆ, ਅਧਿਆਤਮਕ ਪੂਰਤੀ ਕਰਨਾ ਚਾਹੁੰਦਾ ਹੈ ਆਪਣੀ। ਦੂਸਰੀ ਗੱਲ ਕੀ ਹੈ, ਦੂਸਰੀ ਤਰਫ ਉਹ ਪਦਾਰਥਕ ਦੁਨੀਆ ਦੇ ਭੌਤਿਕ ਸੁੱਖਾਂ ਨੂੰ ਵੀ ਮਾਣਨਾ ਚਾਹੁੰਦਾ ਹੈ। ਤਾਂ ਇਸ ਕਰਕੇ ਉਹ ਮਾਨਸਿਕ ਦੁਬਿਧਾ ਦੇ ਵਿੱਚ ਹੈ, ਦੁਚਿੱਤੀ ਦੀ ਅਵਸਥਾ ਦੇ ਵਿੱਚ ਹੈ। ਦੁਚਿੱਤੀ, ਦੋ ਚਿੱਤਾ, ਦੋ ਮਣਾ,
ਡੁੰਮਣਾ ਜਿਹਨੂੰ ਬਾਬੇ ਫਰੀਦ ਨੇ ਕਿਹਾ ਨਾ, ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ। ਡੁੰਮਣਾ ਮਤਲਬ ਦੋ ਮਣਾ, ਦੋ ਚਿੱਤੀ ਦੀ ਅਵਸਥਾ, ਦੁਬਦਾ ਦੀ ਅਵਸਥਾ। ਜਿਹੜੇ ਬੰਦੇ ਦੇ ਕਹਿੰਦੇ ਵੀ ਪੈਰ ਦੋ ਬੇੜੀਆਂ ਦੇ ਵਿੱਚ ਹੋਣ, ਉਸ ਨੂੰ ਕਿਹਾ ਜਾਂਦਾ ਹੈ ਜੀ ਦੁਚਿੱਤੀ ਦੀ ਅਵਸਥਾ ਦੇ ਵਿੱਚ ਹੈ। ਇਹ ਨਿਰਣੇ ਵਾਲੀ ਮਾਨਸਿਕਤਾ ਹੈ। ਉਹ ਨਿਰਣਾ ਨਹੀਂ ਕਰ ਰਿਹਾ, ਡਿਸੀਜਨ ਨਹੀਂ ਲੈ ਸਕਦਾ, ਉਹ ਨਹੀਂ ਲੈ ਰਿਹਾ, ਮਤਲਬ ਉਹ ਡਿਸੀਜਨ ਲਿਆ ਨਹੀਂ ਜਾ ਰਿਹਾ ਉਹ ਤੋਂ, ਕਵੀ ਤੋਂ। ਉਹ ਨਿਰਣਾ ਜਿਹੜਾ ਉਹ ਲਿਆ ਨਹੀਂ ਜਾ ਰਿਹਾ, ਇਹ ਨਿਰਣੇ ਦੀ ਅਵਸਥਾ ਦੇ ਵਿੱਚ ਹੈ, ਉਹ ਦੁਚਿੱਤੀ ਦੀ ਅਵਸਥਾ ਦੇ ਵਿੱਚ ਹੈ, ਦੁਬਦਾ ਦੀ ਅਵਸਥਾ ਵਿੱਚ ਹੈ। ਮੈਂ ਕਿਸ ਪਾਸੇ ਵੱਲ ਜਾਵਾਂ, ਇੱਕ ਪਾਸੇ ਚਾਨਣ ਰੱਬ ਦਾ। ਇਹ ਹੈਗਾ ਅਧਿਆਤਮਕ ਅਵਸਥਾ। ਮਰ ਮਰ ਕੇ ਜੋ ਲੱਭਦਾ, ਰੱਬ ਦੀ ਗੱਲ ਆ ਗਈ ਤਾਂ ਅਧਿਆਤਮਿਕਤਾ ਹੋ ਗਈ। ਰਹਿਮਤ ਦੀਆਂ ਠੰਡੀਆਂ ਛਾਵਾਂ, ਦੂਜੇ ਪਾਸੇ ਸਰਕਾਰਾਂ, ਦੂਜੇ ਪਾਸੇ ਆ ਗਏ ਸੰਸਾਰ ਦੇ ਪਦਾਰਥ। ਹੁਸਨਾਂ ਦੀ ਮਿਲੇ ਹਕੂਮਤ, ਦੌਲਤ ਦੀਆਂ ਪ੍ਰੀਤਮ ਬਹਾਰਾਂ। ਕਿਹੜਾ ਦੋਹਾਂ ਵਿੱਚੋਂ ਨਿੱਗਰ ਤੇ ਕਿਹੜਾ ਹੈ ਪਰਛਾਵਾਂ, ਮੈਂ ਕਿਸ ਪਾਸੇ ਵੱਲ ਜਾਵਾਂ। ਇਹਨਾਂ ਦੇ ਵਿੱਚੋਂ ਕਿਹੜਾ ਤਾਂ ਟਿਕਿਆ ਰਹਿਣ ਵਾਲਾ ਨਿੱਗਰ, ਮਤਲਬ ਕਿਹੜਾ ਹਮੇਸ਼ਾ ਟਿਕਿਆ ਰਵੇ ਨਿੱਗਰ, ਤੇ ਕਿਹੜਾ ਹੈ ਪਰਛਾਵਾਂ ਇਹਨਾਂ ਦੇ ਵਿੱਚੋਂ ਵੀ ਜੋ ਟਲ ਜਾਏਗਾ। ਮੈਂ ਕਿਸ ਪਾਸੇ ਵੱਲ ਜਾਵਾਂ, ਕਹਿੰਦਾ ਮੈਨੂੰ ਨਹੀਂ ਪਤਾ, ਮੇਰੀ ਦੁਬਦਾ ਦੀ ਅਵਸਥਾ ਹੈ। ਜਾਂ ਤਾਂ ਹਸਤੀ ਨਾ ਹੁੰਦੀ, ਜਾਂ ਫਿਰ ਭੁੱਖਾਂ ਨਾ ਹੁੰਦੀਆਂ, ਜਾਂ ਦਿਸਤੇ ਵਿੱਚ ਸਮਾਂਦੀਆਂ, ਕਿਸੇ ਲੋਹ ਵੱਲ ਇਉਂ ਨਾ ਜਾਂਦੀਆਂ। ਮਸਤੀ ਵਿੱਚ ਅੱਖਾਂ ਮੁੰਦੀਆਂ, ਅੱਖਾਂ ਮੁੰਦੀਆਂ ਮਤਲਬ ਮੀਚੀਆਂ ਹੋਈਆਂ। ਹਾਂ, ਅੱਗੇ ਕੀ ਲਿਖਿਆ, ਰਣ ਖੇਤਰ ਵਿੱਚ ਖਲੋ ਕੇ ਹੁਣ ਕਿਹੜੀ ਸੋਚ ਦੜਾਵਾਂ, ਮੈਂ ਕਿਸ ਪਾਸੇ ਵੱਲ ਜਾਵਾਂ। ਸ਼ਾਂਤੀ ਦਾ ਮਾਪ ਨਿਆਰਾ ਬਣ ਸਕੇ ਸ਼ਾਇਦ ਸਹਾਰਾ। ਅੱਗੇ ਤੀਵੀਂ ਦਿਲਕਸ਼ ਅਫਸਾਨਾ। ਦਿਲਕਸ਼ ਅਫਸਾਨਾ ਦਿਲ ਨੂੰ ਛੂਹਣ ਵਾਲੀ ਅਫਸਾਨਾ ਹੁੰਦੀ ਹੈ ਕਹਾਣੀ। ਜੋ ਸੁਣ ਸੁਣ ਸਦੀਆਂ ਤੀਕੂ ਚੱਜ ਰੱਜ ਸਕੇ ਨਾ ਦੀਵਾਨਾ। ਸੋਨਾ ਉਹ ਚੁੰਬਕ ਅਗਨੀ ਜਿਸ ਤੇ ਹੱਸ ਕੇ ਸੜਦਾ, ਸੁਖ ਜੀਵਨ ਦਾ ਪਰਵਾਨਾ। ਇਹਨਾਂ ਨੂੰ ਸਿੱਧੇ ਸ਼ਬਦ, ਇਹਨਾਂ ਨੂੰ ਧਿਆਨ ਰੱਖਣਾ। ਇਸ ਕਵਿਤਾ ਨੂੰ 3-4 ਵਾਰੀ ਪੜ੍ਹ ਲਿਓ। ਐ ਨਾ ਹੋਵੇ ਇੱਥੋਂ ਕਿ ਲਿਖੀ ਖੜਾ ਹੋਵੇ ਐਗਜ਼ਾਮੀਨਰ, ਉਸ ਪਾਸੇ ਅਮਰ ਫਕੀਰੀ ਕੋਈ ਐਸੀ ਵੀ ਸ਼ੈ ਹੈ ਜੋ ਲਾ ਸਕੇ ਦਿਲਗੀਰੀ। ਤਾਂ ਅਗਰ ਮੰਨ ਲਓ ਕੋਈ ਇਸ ਤਰ੍ਹਾਂ ਦੀ ਗੱਲ ਆ ਜੇ ਵੀ ਇੰਨਾ ਦੇ ਕੇ 3 ਤੁਕਾਂ ਪੁੱਛ ਲਏ ਵੀ ਹਾਂ ਦੱਸੋ ਵੀ ਕਿਹੜੀ ਕਵਿਤਾ, ਅਤੇ ਉੱਥੇ ਮੁੜ ਕੇ ਤੁਹਾਨੂੰ ਕਿਤੇ ਪਤਾ ਨਾ ਲੱਗੇ ਹੈ। ਠੀਕ ਹੈ ਜੀ, ਅੱਗੇ ਕੁਛ ਨਹੀਂ ਗਾ, ਬਸ ਅੱਗੇ ਜਿਹੜੀ ਮੇਨ ਗੱਲ ਆ, ਪਾਪ ਦੇ ਸੋਹਲੇ ਕਵਿਤਾ ਦੇ ਵਿੱਚੋਂ, ਪਾਪ ਦੇ ਸੋਹਲੇ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਜਿਹੜੀ ਤਾਂ ਸੀਗੀ ਪਾਂਧੀ ਦੂਰ ਦਿਆ, ਉਹ ਤਾਂ ਹੈਗੀ ਹੈ ਕੱਤਕ ਕੁੰਜਾ ਕਾਵ ਸੰਗ੍ਰਹਿ ਤੋਂ ਲਈ ਗਈ। ਅਤੇ ਜਿਹੜੀ ਹੈਗੀ ਹੈ ਕਿਸ ਪਾਸੇ ਵੱਲ, ਇਹ ਹੈਗੀ ਆ ਪਾਪ ਦੇ ਸੋਹਲੇ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਅੱਗੇ ਅਗਲੀ ਕਵਿਤਾ ਹੈ, ਬਰਸਾਤ ਹੈ ਨਾ ਮੈਂ ਹੂੰ ਨਾ। ਜਿਵੇਂ ਕਿ ਬਰਸਾਤ ਹੈ ਨਾ, ਵੀ ਬਰਸਾਤ ਹੈਗੀ ਹੈ ਨਾ, ਬਰਸਾਤ ਹੈ ਨਾ, ਵੀ ਇਹ ਕੀ ਆ, ਵੀ ਪ੍ਰੇਮੀ ਕਵੀ ਹੈ ਜਿਹੜਾ ਪ੍ਰੀਤਮ ਸਿੰਘ ਸਫੀਰ, ਉਹ ਇੱਕ ਪ੍ਰੇਮੀ ਦੇ ਰੂਪ ਵਿੱਚ, ਇੱਕ ਪ੍ਰੇਮੀ ਦੇ ਨਜ਼ਰੀਏ ਤੋਂ ਆਪਣੀ ਪ੍ਰੇਮਿਕਾ ਦੀ ਬੇਵਫਾਈ ਦੇ ਪ੍ਰਤੀਕਰਮ ਨੂੰ ਪੇਸ਼ ਕਰਦਾ ਹੈ। ਉਹ ਕਹਿੰਦਾ ਵੀ ਮੇਰੀ ਜਿਹੜੀ ਪ੍ਰੇਮਿਕਾ ਉਹ ਬੇਵਫਾ ਹੈ, ਅਤੇ ਉਸ ਦਾ ਪ੍ਰਤੀਕਰਮ ਜਿਹੜਾ ਉਸ ਦੇ ਪ੍ਰਤੀ ਉੱਤਰ ਦੇ ਵਿੱਚ ਕੁਛ ਪੇਸ਼ ਕਰਦਾ ਹੈ। ਔਰ ਰੋਮਾਂਟਿਕ ਭਾਵ ਬੋਧ ਦੀ ਸ਼ੈਲੀ ਦੇ ਵਿੱਚ ਲਿਖੀ ਹੋਈ ਕਵਿਤਾ, ਕਿਉਂਕਿ ਪ੍ਰੇਮੀ ਪ੍ਰੇਮਿਕਾ ਦੀ ਗੱਲ ਆਈ ਹੈ ਅਤੇ ਰੋਮਾਂਟ ਦੀ ਗੱਲ ਆਊਗੀ। ਅੱਜ ਗਿਆ ਬ੍ਰਿਛ ਦੇ ਹਨੇਰੇ ਵਿੱਚ ਪੱਥਰ ਹੋਈਆਂ ਅੱਖਾਂ ਸਾਹਵੇਂ, ਜਗ ਜਗ ਜਿਉਤੀ ਕੋਈ ਪ੍ਰਗਟੀਏ, ਜਗਮਗ ਜਿਉਤੀ ਕੋਈ ਪ੍ਰਗਟੀਏ, ਤੂੰ ਜੀਵਨ ਰਾਹ ਤੇ ਚਮਕੀਏ। ਨਿਰਵਾਣ ਪਛਾਣੀ ਹੈ ਰੂਹ ਨੇ। ਹੁਣ ਉਹ ਜਿਹੜੀ ਉਹ ਇੱਥੇ ਗੱਲ ਕੀਤੀ ਆ, ਗਿਆ ਬ੍ਰਿਛ ਦੇ ਹਨੇਰੇ ਵਿੱਚ। ਗਿਆ ਬ੍ਰਿਛ ਜਿਹੜਾ ਬੋਧ ਗਿਆ ਦੇ ਵਿੱਚ ਉਹ ਬ੍ਰਿਛ ਸੀਗਾ, ਜਿਸ ਬ੍ਰਿਛ ਦੇ ਥੱਲੇ ਗੌਤਮ ਨੂੰ, ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ, ਨਿਰਵਾਣ ਪ੍ਰਾਪਤੀ ਹੋਈ ਸੀ, ਉਸ ਬ੍ਰਿਛ ਦੀ ਗੱਲ ਕੀਤੀ ਹੈ। ਗਿਆ ਬ੍ਰਿਛ ਦੇ ਹਨੇਰੇ ਵਿੱਚ, ਇਹਦਾ ਸੰਬੰਧ ਗੌਤਮ ਬੁੱਧ ਦੇ ਨਾਲ ਹੈ, ਮਹਾਤਮਾ ਬੁੱਧ ਦੇ ਨਾਲ ਹੈ। ਅੱਗੇ ਕੀ ਹੈ ਜੀ, ਹਾਂ, ਆਖਰ ਇਸ਼ਕਾਂ ਦੀਆਂ ਔੜਾਂ ਨੂੰ ਮਿਲਦੀ ਗਮ ਦੀ ਬਰਸਾਤ ਹੈ ਨਾ। ਔੜ ਸੋਕੇ ਨੂੰ ਕਿਹਾ ਜਾਂਦਾ। ਔੜ ਦਾ ਸ਼ਬਦਿਕ ਅਰਥ ਹੁੰਦਾ ਸੋਕਾ। ਮੀਂਹ ਦੀ ਘਾਟ ਜਿੱਥੇ ਹੋ ਜਾਏ, ਉਹ ਰੂਹ ਪੱਥਰਾਈਆਂ ਰਾਤਾਂ ਵਿੱਚ ਮੈਂ ਤਾਰਿਆਂ ਵੱਲ ਤੁਰ ਜਾਂਦਾ ਸਾਂ। ਉਹ ਹੁੰਦਿਆਂ ਸੁਣਦਿਆਂ ਦੁਨੀਆ ਵਿੱਚ, ਬਹੁਤ ਸਧਾਰਨ ਕਿਸਮ ਦੀ ਹੈ, ਕੋਈ ਦਿੱਕਤ ਨਹੀਂ, ਵਾਰ-ਵਾਰ ਪੜ੍ਹਨ ਦੀ ਲੋੜ ਹੈ, ਹੋਰ ਕੋਈ ਏਡਾ ਇਸ਼ੂ ਨਹੀਂ ਗਾ ਇਹਦੇ ਵਿੱਚ। ਹਾਂ, ਇਹ ਕਾਫਰ ਹੁੰਦਾ ਨਾਸਤਿਕ। ਇੱਕ ਕਾਫਰ ਸ਼ਬਦ ਇੱਥੇ ਲਿਖਿਆ ਹੋਇਆ, ਆ ਦੇਖੋ, ਕਾਫਰ ਸ਼ਬਦ ਦਾ ਮਤਲਬ ਹੈ ਨਾਸਤਿਕ। ਇੱਕ ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦੂਸਰਾ ਲਿਖਿਆ ਹੋਇਆ ਹੈ, ਆਖਰ ਇਸ ਦੇ ਸਹਿਰਾ ਅੰਦਰ ਸਿਮ ਪੈਂਦੀ ਕੁੱਖ ਜ਼ਮੀਨ ਦੀ ਹੈ। ਸਹਿਰਾ ਦਾ ਮਤਲਬ ਹੁੰਦਾ ਮਾਰੂਥਲ, ਮਰੁਸਥਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਾਰੂਥਲ। ਇੱਕ ਲਿਖਿਆ ਹੋਇਆ ਹੋਰ ਸ਼ਬਦ, ਹਾਂ, ਜੇ ਭਾਵੇਂ ਸਾਵੇਂ ਨਾ ਆਵਾਂ ਕਨਸੋ ਗੀਤ ਦੀ ਪਹੁੰਚੇਗੀ। ਕਨਸੋ ਦਾ ਸ਼ਾਬਦਿਕ ਅਰਥ ਹੁੰਦਾ ਖਬਰ, ਨਿਊਜ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਕਨਸੋ
एक आप पढ़ते हैं ना जो वचन बहुवचन, एक कनसो शब्द बड़ी बारी आता होंगे। कनसो का अर्थ होंगे कनसो का बहुवचन कनसोआ बनाया जाता है। खबर का खबरां, कनसो का शाब्दिक अर्थ होंगे खबर। अगे एक होर लिखा होया शब्द, हाँ, मैनू पागल कर सकण दे ते सितमा तो ना थकण दे। सितम जुलम किसे दे, तू मान दे विच मखमूर रहो। मखमूर का मतलब होंदा मस्त। मंजूर है मैनू शान तेरी अरमान रहन दे मैनू ही। ये कविता के अर्थां तो पता लगता है ना भी कवि उस मतलब की है भी उसकी प्रेमिका जिहड़ी वो बेवफाई कर गई है उहदे नाल ते उसदे प्रति उत्तर प्रतिक्रम दे विच ये कविता रची जा रही है। मखमूर का शाब्दिक अर्थ होंदा मस्त, ध्यान रखने आ। सितम मतलब होंदे आ जुलम। कनसो का शाब्दिक अर्थ होंदा खबर। हिजर का शाब्दिक अर्थ होंदा विछोड़ा। बहुत सौखे सौखे अर्थ दे रखे हैं। अगे देखते हैं। हाँ जी, हाँ, मैं तेरियां अखां अंदर तां एक पल ना सेजल सह सकां। भी मैं तेरियां अखां दे अंदर तां एक पल भी सेजल मतलब होंदियां गिल्लियां होणियां, अखां दे विचों अथरू होने। फलाने दी अखां सेजल हो गई, मतलब अखां चों अथरू आ गए, गिल्लियां हो गई। वो तो मैं सह नहीं सकदा। हाली तक तां खुददार हाँ मैं, तू तैनू सुख देण दी खातर तां हाली मैं सखना रह सकां। सखना खाली हुंदा ते खुददार तुहानू पता ही है, खुददार हुंदा है स्वैमान वाला। स्वैमान वाले बंदे नूं आपां कह दिंदे आ खुददार। हाँ, अगे लिखा होया भी पर मैं तेरी प्रीति दा सदियां तो बंदीवान बड़ा। बंदीवान कैदी नूं कहा जाता है, बंदीवान। अगे ना एक दिता होया प्रश्न ना कई बार बड़े भैड़े जे पुछ लैंदा। जे मान लो तुहाडे सामने इस तरह का कोई आवे ना तो वह ना मैनू मैसेज जरूर कर दिया करो, व्हाट्सअप कर दिया करो अगर कोई एवें दी चीज़ दिक्कत लगे तुहानू तां, क्योंकि मेरे तो सारी नहीं कई बार पढ़ी जाती हुंदी। पर इत्थे ना इत्थे दिता होया एक ते जिसनूं रूह दी ओ मलका ना अपनी सगली प्रीत दे। आ लिखा होया रूह दी मलका। तुहानू शायद पता होवे भी पिछली बारी सैकंड ग्रेड पंजाबी का जिहड़ा पेपर होया सीगा उहदे विच उहने की सी, मैनूं लगदा भी मलका दा स्त्रीलिंग मलका दा पुलिंग पुछिया सी, पातशाह दा पुछिया सी, है ना। राणी ते बेगम ते मलका भी लिखिया सी, है ना। हाँ, जिहड़ा ते हैगा पातशाह दा स्त्रीलिंग तां मलका है, मतलब मलका दा पुलिंग है पातशाह। राजा दा राणी हो गया, बादशाह दा बेगम हो गया, है ना। इस तरह कॉमन चीज़ां होंदियां। पर उत्थे माइंड बड़ा मतलब कन्फ्यूज होया। उत्थे बड़ा भी मैनू तो ध्यान ही नहीं सी भी ये की है, कित्थों पढ़ना आपां, पता नहीं सी मैनू। तो फिर मेरा तो फिर गलत होना ही सीगा। इस करके तुहानू मैं चल एवें दा मान लो कोई चीज़ आवे तो तुसीं जरूर उहदे ते ध्यान रखिया करो। बस अगे कोई इशू नहीं, अगे नॉर्मल चीज़ां लिखियां हुई हैं कि सदियां दे सुत्ते भाग मेरे वस जाएगी तुर जाएगी, की जाना कद फिर आएगी, आखिर तां ये बरसात है ना। भी मेरे वास्ते आखिर लै दे के बरसात ही रह जाती है। वह कहता हाँ, ये रकत बूंदा काव्य संग्रह चो ली गई है। बरसात है ना जिहड़ी कविता है ਉਹ रकत बूंदा काव्य संग्रह चो ली गई है, जिहदे विच कवि अपनी प्रेमिका की बेवफाई नूं दर्शा रहा, प्रतिक्रम विचों प्रतिक्रम के रूप में दस रहा, प्रेमी के रूप में। अगली है पल पर बहार की तरह। पल पर मतलब थोड़े चिरा, थोड़े समय वास्ते कोई बहार आवे, पल पर बहार की तरह। ये आप पढ़ते हैं, बड़ा शानदार है। मतलब की है भी ये की है जिहड़ा इश्क का दर्द है उहदे बारे कवि ने दसिया वख-वख उपमानां दी, उपमा अलंकार जिवें आपां वरतदे हैं उहदी सहायता नाल प्यार की थोड़ चिरी अवस्था नूं बयान किया कवि ने। भी प्यार है जिहड़ा वो थोड़ा समा रहन वाला है, थोड़ा समा है, टिकदा नहीं है, अटिकवा है। इस दी जिहड़ी जिंदगी है वह पल भर दी है, बहुत थोड़ चिरी है। पल पर, पल मतलब भी एक सेकंड तो भी घट दा समा जिहड़ा उसनूं आपां पल कह दिंदे। पल पर बहार की तरह आए चले गए है अक्ष सिर्फ सांभिया, इस इश्क लहर ने कूंजां दी डार की तरह आए चले गए। उपमा अलंकार दसिया देख लो, पल पर बहार की तरह आए चले गए। उपमा अलंकार की वरतों की भी किवें आए, इश्क किवें आया। इश्क की उपमा बहुत थोड़ चिरी बहार दे नाल कीती। बहार मतलब बसंत ऋतु आपां जिहनूं कह दिंदे। उस तो बाद अगे कूंजां दी डार की तरह आए चले गए। इश्क की तुलना कूंजां दी डार दे नाल कीती। उपमा भी जिवें कूंजां दी डार आउंदी है चल जाती है, उवें ही इश्क चा। कूंजा एक पंछी है, कूंज आसमान दे विच उड़दा हुंदा। हाँ, जे कोई एवें किते कही जाऊँ भी सर कूंज पता नहीं कौन सीगी, सोचे तां कोई किस तरह उन्हां दे ओ गुनाह मौसम दे राग रंग विच धुप्पां दे अंदर वर रही कोमल फुहार की तरह आए चले गए। इश्क की तुलना
मतलब की है भी धुप के अंदर कोई मान लो धुप च कई बारी नहीं बरसात पैंदी हुंदी हल्की हल्की उहदे वांगू आए तो चल गए। इत्थे जिहड़ी उस इश्क की तुलना इश्क के पल पर दे समय की तुलना इश्क नूं इन्ना थोड़े चिरा दस्सिया इन्ना थोड़े समय दा दस्सिया इश्क नूं कि वो इश्क है जिहड़ा ओह धुप दे विच जिवें एक कोमल फुहार आ जाती है ना कई बारी पानी की बौछार आ जाती है बस उहदे वांगू आए तो चले गए। दोहां दे रहमतां सी हुण पता लगी जांदा ना भी पहले दे विच तां कीती है पल पर बहार की तरह थोड़े समय की बहार नाल तुलना की। अगे की है अक्ष का शाब्दिक अर्थ हुंदा है वजूद परछावां अक्ष। कूंजां दी डार नाल उपमा की कोमल फुहार दी जो गर्मियां दे मौसम विच वरदी है मतलब धुप दे विच। अगे की है शयाद होशमंद सी दोहां ते रहमतां सी बुलबुल ते फुੱਲ दा प्यार। शयाद होशमंद सी माली भी बेसबर उन्हां दा की कसूर है। बुलबुल ते फुੱਲ दो उदाहरण लिए है कवि ने। वो कहंदा भी हुण जिवें भी बुलबुल नूं मारन वास्ते शयाद दा शाब्दिक अर्थ है शिकारी। शयाद ध्यान रखियो शयाद फारसी भाषा का शब्द है जिसका अर्थ है शिकारी। भी बुलबुल तो बुलबुल नूं तां वेखी जांदा शिकारी ते फुੱਲ नूं माली ते दोनों ही बेसबर है। वो माली वेखी जाता भी फुੱਲ जो पूरा घैंट बने तो उन्होंने तोड़ा तो वह जोड़ा शिकारी है वह भी बुलबुल वाल निशाना ला के बैठा। अगे उन्हों का की कसूर नरगस नुहार की तरह आए तो चले गए। नरगस नुहार की तरह नरगस का फुੱਲ होंदा ना नरगसी फुੱਲ नरगस के उत्ते जी सुंदरता आती है वो वांगू आए तो चले गए। इत्थे इश्क की तुलना जी नरगसी फुੱਲ दे नाल कीती है। ओ मेरा प्यार सन कदे हुण किस दा प्यार हन मैं कायम हाँ सदा सदा वो अपने प्यार की तरह आप आए तो चले गए पल पर बहार की तरह आए तो चले गए। वो उत्थे इत्थे इश्क की तुलना अपनी प्रेमिका दे प्यार नाल कीती है भी इश्क है जोड़ा भी थोड़े चिरा थोड़े समय का तो मेरी प्रेमिका का प्यार भी बहुत ही थोड़े समय का। ताइयों मैं तुहानूं क्या कहना हुन्ना भी दुनिया ते जिन्ने भी आशिक जोड़े होए आ मशहूर वो कदे भी सरकारी नौकरी नहीं लग सके। इस करके जिंदगी दे विच बेटा जी एक गल हमेशा ध्यान दे विच रखो कोई मान लो तुहानूं कवे ये गल कि मतलब की है भी मेरे वर्गा चाहण वाला तुहानूं कोई नहीं और शरेआम झूठ बोल लिया अज के समय दे विच। इस करके ये झूठां दे विच तुसीं फसना नहीं। अगर तुहानूं कोई पुछ रहा मेले बाबू ने थाना थाया तो तुसीं कहो जी तुसीं अपने घरे असीं अपने घरे इहो जिहा तोतला प्यार है जिहड़ा वो सानूं नहीं चाहिदा। इस करके ध्यान रखो। सब तो प्रसिद्ध मैं कहना हुन्ना सदीवी इश्क किहड़ा है। सदीवी मतलब हुंदा हमेशा टिकिया रहने वाला। सदीवी इश्क हुंदा वो हैगा जी साडा किताबां दे नाल। किताब दे नाल जिहड़ा बंदा आशिकी मुहब्बत करदा तां वो कदे भी धोखा नहीं खांदा। ध्यान रखियो इस गल नूं। हाँ अगली गल देखो जी। हाँ आद जुगाद यह आद जुगाद जिहड़ा साडा काव्य संग्रह है उहदे विचों लई गई है पल पर बहार की तरह। सो प्यार दे इश्क दे समय नूं कवि ने दस्सिया थोड़े चिरे समय नूं तेरे दरवाजियां ते की है दसो तेरे दरवाजियां ते। ਇਹਦੇ ਵਿੱਚ इस कविता ਦੇ ਵਿੱਚ कवि ने एक जग्यासू बंदा ਜਿਹੜਾ जग्यासू ਹੁੰਦਾ कुछ जानने की इच्छा रखने वाला क्यूरीअसिटी ਜਿਹਦੇ अंदर ਹੋਵੇ जग्यासू की आत्मा की दुबदा उस दी उदासी ते उस दी जड़ता नूं बयान किया है। एक जग्यासू बंदा है जो बड़ा कुछ परमात्मा बारे जानना चाहता है पर एक जगह ते जाके उस दी सोच खड़ गई है उस दी सोच विच जड़ता आ गई है जड़ बन गई है उस दी दुबदा है उस दी उदासी नूं बयान किया है। तो इस अवस्था नूं उसने की किया है आत्मा दी काली रात। चेते रखियो भी इस तेरे दरवाजियां ते हे परमात्मा तेरे दरवाजियां ते वो जिहड़ा जग्यासू बंदा वो आया होया है उहदी दुबदा जिहड़ी उस नूं बयान किया कवि ने। उस दी सोच है जिहड़ी खड़ गई है उस दे अंदर दुबदा है एक उदासी है एक जड़ता है उस नूं बयान किया है कवि ने। ध्यान रखियो तेरे दरवाजियां ते आके भी ये उदासी क्यों इन्हां सर चश्मियां चों पी के भी रूह प्यासी क्यों। समझ लग रही है गल दी। अगे देखो। हाँ तसव्वुर दे नज़ारे ते होया पुछया सी होए क्या बात है प्रश्न पुछया सीगा। तसव्वुर दा शाब्दिक अर्थ पुछया सी एवें देता ने तसव्वुर दे नज़ारे ते भला अरमान भी कादा। दसो जी कहंदा तसव्वुर दा की अर्थ है। तसव्वुर दा शाब्दिक अर्थ हुंदा कल्पना ख्याल कोई मन दे विच आउणा कल्पना। तसव्वुर दे नज़ारे ते भला अरमान भी कादा भी कल्पना जे आपां करिए तो उस कल्पना का आनंद आप लईए जेकर उहदे ते भला अरमान भी कादा। अरमान हुंदा वो इच्छा
जो पूरी ना हो सके, दिल के अरमां आंसुओं में बह गए। अरमान, अरमान भी कादा हनेरे तो कदे हनेरे तो कदे कंबे। अच्छा लास्ट ही है कि किरण ए निर्मलासी क्यों, जोरावर मुश्करी पी के भरम पाओ, फिक्र दुख कादे सी रौनक आगमन दी छा रही है चुप चपासी क्यों। भी मतलब की है, परमात्मा के दर्शन करके उस रब नाल मिल के भी भरम पाओ फिक्र दुख नहीं होने चाहिए सी, फिर भी एक चुप एक तरह की चुप क्यों है, जो मेरा मंगदी सी हर समय ਤਾਂ ਕਿਸੇ ਥਾਂ ਤੇ ਨਾ ਸਭਨਾ ਗਿਣਤੀਆਂ ਦੀ ਹੋਏਗੀ, ਇਸ ਥਾਂ ਖਲਾਸੀ ਕਿਉਂ। ਖਲਾਸੀ ਦਾ ਮਤਲਬ ਹੁੰਦਾ ਛੁਟਕਾਰਾ। ਖਲਾਸੀ ਦਾ ਸ਼ਾਬਦਿਕ ਅਰਥ ਤੁਸੀਂ ਧਿਆਨ ਦੇ ਵਿੱਚ ਰੱਖਣਾ, ਛੁਟਕਾਰਾ ਹੁੰਦਾ। ਇਸੇ ਦਹਲੀਜ ਤੇ ਰੌਣਕ ਹੈ ਮੇਰੇ ਆਦ ਅੰਤਾਂ ਦੀ, ਹੈ ਮੇਰੀ ਜੀਣ ਸੱਤਾ, ਇਸ ਤਰ੍ਹਾਂ ਇੰਨੀ ਹਿਰਾਸੀ ਕਿਉਂ। ਹਿਰਸ ਦਾ ਮਤਲਬ ਹੁੰਦਾ ਡਰ ਤੇ ਹਿਰਾਸੀ ਦਾ ਮਤਲਬ ਹੁੰਦਾ ਡਰੀ ਹੋਈ। ਹਿਰਸ ਡਰ ਨੂੰ ਕਿਹਾ ਜਾਂਦਾ। तेरे दरवाजियां ते पहुँच के भी ये उदासी क्यों, इन्हां सर चश्मिया चो पी के भी रूह प्यासी क्यों। काव्य संग्रह का नाम है गुर गोबिंद। काव्य संग्रह का नाम की है जी, गुर गोबिंद। सो ये जिहड़ी कविता है ये अपनी तेरे दरवाजियां ते ये गुर गोबिंद काव्य संग्रह दे विचों लई गई है। ठीक है जी, गल तुहानूं कहानी समझ दे विच आई। जस्टिस प्रीतम सिंह सफीर की जिहड़ी जिन्ना भी अपना पोर्शन सी वो सारा खत्म है इस कविता दे विच। अगला कवि है जिहड़ा तुहानूं पता ही है, एक प्रसिद्ध कवि आपां पढ़ांगे, मेरा फेवरेट है डॉक्टर हरभजन सिंह। उहदे ते पूरियां शानदार गल्लां आपां क्लीयर करांगे। प्रीतम सिंह सफीर अपना क्लीयर है। जिहड़ी जिहड़ी मैं तुहानूं गल दसी है वो गल तुसीं नोट कर लैणी है, वो गल बहुत जरूरी है तुहाडे वास्ते। पिछे जिहड़ा जीवन परिचय आपां जिथे पढ़िया सी उत्थे शब्दां दे अर्थ भी दे रखे आ, वो भी तुसीं पढ़ने आ। यह तुहाडा एक समझ लो भी होमवर्क है। लो जी, मिलते हैं अगली जमात दे विच जल्दी। रब राखा।